ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗ ਰਸਮਾਨ ਰਹੀ ਗੁਰੂ ਰੂਪ ਸਤ ਸੰਗਤ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਅੱਜ ਦਾ ਵਿਸ਼ਾ ਹੈ ਸਾਕਤ ਸਿਉ ਕਰ ਉਲਟੀ ਰੇ। ਆਓ ਸਾਰੇ ਪਿਆਰ ਤੇ ਇਕਾਗਰਤਾ ਨਾਲ ਸਰਵਨ ਕਰੀਏ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਜ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਸ੍ਰਿਸ਼ਟੀ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਦੇ ਰੂਪ ਵਿੱਚ ਆਪਣੇ ਆਪ ਨੂੰ ਪ੍ਰਗਟ ਕੀਤਾ। ਇਸ ਜਲਦੇ ਬਲਦੇ ਸੰਸਾਰ ਅੰਦਰ ਇਲਾਹੀ ਰਾਗ ਦੁਆਰਾ ਰੱਬੀ ਬਾਣੀ ਗਾ ਕੇ ਮਿਹਰ ਤੇ ਠੰਡ ਦਾ ਮੀਂਹ ਵਰਸਾਇਆ ਤੇ ਤਪਦੀ ਸੜਦੀ ਸ੍ਰਿਸ਼ਟੀ ਨੂੰ ਸੀਤਲਤਾ ਬਖਸ਼ੀ। ਇਹ ਗੁਰੂ ਬਾਬੇ ਦੀ ਮਿੱਠੀ ਮਿਹਰ ਤੇ ਮਹਾਨ ਇਲਾਹੀ ਕਰਾਮਾਤ ਸੀ ਜੋ ਸੰਸਾਰ ਅੰਦਰ ਉਲਟੀ ਗੰਗਾ ਵਗਾ ਧਰਤੀ ਦੀ ਤਪਸ ਨੂੰ ਠਾਰਿਆ ਤੇ ਸੁੱਕੇ ਸੜੇ ਹਿਰਦਿਆਂ ਨੂੰ ਸੀਤਲ ਤੇ ਪ੍ਰਫੁੱਲਿਤ ਕੀਤਾ। ਗੁਰੂ ਬਾਬੇ ਪਾਸ ਉਹ ਕਿਹੜੀ ਕਰਾਮਾਤ ਸੀ ਜਿਸ ਰਾਹੀਂ ਕਲਯੁਗ ਅੰਦਰ ਸਤਜੁਗ ਦਾ ਵਰਤਾਰਾ ਹੋਇਆ। ਹਾਂ ਜੀ, ਇਹ ਸ੍ਰੀ ਗੁਰੂ ਗਰੀਬ ਨਿਵਾਜ ਰਾਹੀਂ ਉਚਾਰੀ ਤੁਰਕੀ ਬਾਣੀ ਸੀ ਜਿਸ ਨੇ ਰਾਖਸ਼ਾਂ ਨੂੰ ਦੇਵਤਿਆਂ ਤੇ ਚੋਰਾਂ ਤੇ ਠੱਗਾਂ ਨੂੰ ਸਾਧੂਆਂ ਵਿੱਚ ਬਦਲ ਕੇ ਰੱਖ ਦਿੱਤਾ। ਸੰਸਾਰੀ ਜੀਵ ਕਰਮਬੱਧ ਹੈ। ਆਤਮਕ ਅਨੁਭਵੀ ਗਿਆਨ ਨਾ ਹੋਣ ਕਰਕੇ ਸਾਰੇ ਜੀਵ ਬਗੈਰ ਕਿਸੇ ਸਹੀ ਦੈਵੀ ਸੇਧ ਦੇ ਅੰਨੇ ਵਾਹ ਮਾਇਆ ਦੇ ਬਿਖਮ ਸਾਗਰ ਅੰਦਰ ਗੋਤੇ ਖਾ ਰਹੇ ਹਨ। ਸ੍ਰਿਸ਼ਟੀ ਝੂਠੇ ਧੰਦਿਆਂ ਵਿੱਚ ਪਲਚ ਪਲਚ ਕੇ ਅਮੋਲਕ ਜੀਵਨ ਬਰਬਾਦ ਕਰੀ ਜਾ ਰਹੀ ਹੈ ਤੇ ਇਸ ਭਵ ਸਾਗਰ ਅੰਦਰ ਕਿਜ ਨਾ ਬੁੱਝੇ ਕਿਜ ਨਾ ਸੁੱਝੇ ਵਾਲਾ ਦੁਖੀ ਜੀਵਨ ਬਤੀਤ ਕਰ ਰਹੀ ਹੈ। ਗੁਰੂ ਬਾਬੇ ਨੇ ਸੰਸਾਰ ਦੀ ਇਸ ਤਰਸਯੋਗ ਅਧੋਗਤੀ ਦੀ ਸਹੀ ਤਸਵੀਰ ਇਉਂ ਖਿੱਚੀ ਹੈ। खोटे को खरा कहे खरे सार न जाने, अंधे का नाव पारखू कली काल विडाने। सूते को जागत कहे जागत को सूता, जीवत को मुआ कहे मुए नहीं रोता। आवत को जाता कहे जाते को आया, परकी को अपनी कहे अपनो नहीं पाया। मीठे को कौड़ा कहे कड़ुए को मीठा, राते की निंदा करे ऐसा कल में डीठा। चेरी की सेवा करे ठाकुर नहीं दीसै, पोखर नीर विरोलिए माखन नहीं रीसै। काच बिहाजन कंचन छाडन बैरी संग हेत साजन त्याग खरे। होवन कौरा अनहोवन मीठा बिख्या में लपटाए जरे। असी ਇਸ ਮਾਇਕੀ ਸੰਸਾਰ ਵਿੱਚ ਜਨਮ ਲਿਆ ਹੈ। ਅਸੀਂ ਇਸ ਮਾਇਕੀ ਸੰਸਾਰ ਵਿੱਚ ਜਨਮ ਲਿਆ ਹੈ, ਇਸ ਲਈ ਇਸ ਦੀ ਪਾਤ ਤੇ ਰੰਗਤ ਤੋਂ ਬਚਣਾ ਇਹ ਅਸੰਭਵ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਸ ਪੰਕਤੀ ਅਨੁਸਾਰ ਸੰਕੇਤ ਮਿਲਦਾ ਹੈ ਕਿ ਮਾਤਾ ਦੇ ਉਦਰ ਵਿੱਚ ਜੀਵ ਅੰਦਰ ਕੋਈ ਜੀਵਨ ਰੌਂ ਚੱਲ ਰਹੀ ਸੀ। ਉਹ ਸੀ ਨਿਰੰਕਾਰੀ ਦੇਸ਼ ਦੀ ਲਗਨ, ਇਲਾਹੀ ਲਿਵ। ਪਰੰਤੂ ਜਨਮ ਲੈਂਦੇ ਸਾਰੀ ਉਹ ਜੀਵਨ ਰੌਂ ਬਦਲ ਗਈ ਤੇ ਮਾਇਕੀ ਮੰਡਲ ਵਿੱਚ ਪ੍ਰਵੇਸ਼ ਕਰਦਿਆਂ ਹੀ ਮਾਇਆ ਨੇ ਅਸਰ ਪਾਉਣਾ ਆਰੰਭ ਕਰ ਦਿੱਤਾ। ਜਦੋਂ ਜੀਵ ਨੂੰ ਮਾਇਆ ਦੀ ਪਾ ਜਾਂ ਪਿਉਂਦ ਚੜ ਜਾਂਦੀ ਹੈ ਤਾਂ ਉਸ ਵਿੱਚ ਮਾਇਕੀ ਮੰਡਲ ਦੇ ਸਾਰੇ ਔਗਣ ਪ੍ਰਵੇਸ਼ ਹੋ ਜਾਂਦੇ ਹਨ। ਜਦੋਂ ਜੀਵ ਨੂੰ ਮਾਇਆ ਦੀ ਪਾ ਜਾਂ ਪਿਉਂਦ ਚੜ ਜਾਂਦੀ ਹੈ ਤਾਂ ਉਸ ਵਿੱਚ ਮਾਇਕੀ ਮੰਡਲ ਦੇ ਸਾਰੇ ਔਗਣ ਪ੍ਰਵੇਸ਼ ਹੋ ਜਾਂਦੇ ਹਨ। ਜਿਉਂ-ਜਿਉਂ ਇਹ ਮਾਇਆ ਦੀ ਰੰਗਤ ਗਾੜੀ ਹੁੰਦੀ ਜਾਂਦੀ ਹੈ, ਤਿਉਂ-ਤਿਉਂ ਉਹ ਆਪਣੇ ਅਸਲੇ ਅਥਵਾ ਆਤਮ ਮੰਡਲ ਨੂੰ ਭੁੱਲਦਾ, ਉਸ ਤੋਂ ਬੇਮੁਖ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਜੀਵ ਮਾਇਆ ਵਿੱਚ ਖਚਤ ਹੁੰਦਾ ਜਾਂਦਾ ਹੈ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ। ਸਾਡਾ ਹੁਣ ਦਾ ਮਾਇਕੀ ਜੀਵਨ ਵੇਗ ਸਾਨੂੰ ਦੁੱਖਾਂ ਦੇ ਅਸਗਾ ਸਮੁੰਦਰ ਵੱਲ ਲੈ ਜਾ ਰਿਹਾ ਹੈ ਤੇ ਅਸੀਂ ਦੁੱਖਾਂ ਦੇ ਸਾਗਰ ਵਿੱਚ ਅੰਨ੍ਹੇ ਵਾਹ ਰੁੜੇ ਜਾ ਰਹੇ ਹਾਂ।
ਗੁਰੂ ਬਾਬੇ ਨੇ ਸੰਸਾਰ ਦੀ ਐਸੀ ਤਰਸਯੋਗ ਅਦੋਗਤੀ ਨੂੰ ਅਨੁਭਵ ਕਰਕੇ ਸੰਸਾਰ ਨੂੰ ਗੁਰਬਾਣੀ ਦੁਆਰਾ ਸਹੀ ਆਤਮਿਕ ਸੇਧ ਦਿੱਤੀ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ। ਤਰਿਓ ਸਾਗਰ ਪਾਵਕ ਕੋ, ਜੋ ਸੰਤ ਭੇਟੇ ਵਡ ਭਾਗ। ਭੌਜਲ ਬਿਖਮ ਅਸਗਾ, ਗੁਰ ਸ਼ਬਦੀ ਪਾਰ ਪਾਏ। ਇਹ ਉਪਰੋਕਤ ਵਿਚਾਰਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਆਪਣੇ ਜੀਵਨ ਦਾ ਰੁਖ ਮੋੜੇ ਬਿਨਾ ਅਸੀਂ ਕਦਾਚਿਤ ਦੁੱਖਾਂ ਤੋਂ ਬਚ ਨਹੀਂ ਸਕਾਂਗੇ ਤੇ ਨਾ ਹੀ ਕਦੇ ਸਦੀਵੀ ਸੁਖ ਦੀ ਪ੍ਰਾਪਤੀ ਹੋ ਸਕੇਗੀ। ਜਿਉਂ-ਜਿਉਂ ਸਤਸੰਗਤ ਤੇ ਸਿਮਰਨ ਦੁਆਰਾ ਸਾਡੇ ਨਿਤ ਦੇ ਜੀਵਨ ਦਾ ਰੁਖ ਬਦਲੇਗਾ। ਹਾਂਜੀ, ਜਿਉਂ-ਜਿਉਂ ਸਤਸੰਗਤ ਤੇ ਸਿਮਰਨ ਦੁਆਰਾ ਸਾਡੇ ਨਿਤ ਦੇ ਜੀਵਨ ਦਾ ਰੁਖ ਬਦਲੇਗਾ, ਤਿਉਂ-ਤਿਉਂ ਸਾਡੇ ਮਨ ਬਚ ਕਰਮਾਂ ਵਿੱਚ ਤਬਦੀਲੀ ਆਉਂਦੀ ਜਾਵੇਗੀ। ਇੱਥੋਂ ਤੱਕ ਕਿ ਸਾਡਾ ਮੈਂ ਮੇਰੀ ਵਾਲਾ ਆਪਾ ਭਾਵ ਬਿਲਕੁਲ ਖਤਮ ਹੋ ਜਾਵੇਗਾ। ਗੁਰੂ ਫਰਮਾਨ ਹੈ, ਉਲਟ ਪਈ ਜੀਵਤ ਮਰ ਜਾਗਿਆ, ਸ਼ਬਦ ਰਵੈ ਮਨ ਹਰ ਸਿਉ ਲਾਗਿਆ। ਜੀਵਤ ਭਾਵ ਤੋਂ ਮਰ ਕੇ ਹੀ ਜੀਵ ਨੂੰ ਜਾਗਰਤੀ ਪ੍ਰਾਪਤ ਹੁੰਦੀ ਹੈ ਤੇ ਸ਼ਬਦ ਵਿੱਚ ਰੱਤੇ ਜਾਣ ਨਾਲ ਉਲਟੀ ਖੇਡ ਵਰਤਦੀ ਹੈ। ਇਸ ਸੰਬੰਧੀ ਭਗਤ ਕਬੀਰ ਸਾਹਿਬ ਦਾ ਫਰਮਾਨ ਹੈ, ਜਮ ਤੇ ਉਲਟ ਪਏ ਹੈ ਰਾਮ, ਦੁਖ ਬਿਨਸੈ ਸੁਖਿਓ ਬਿਸਰਾਮ। ਬੈਰੀ ਉਲਟ ਪਏ ਹੈ ਮੀਤਾ, ਸਾਕਤ ਉਲਟ ਸੁਜਨ ਪਏ ਚੀਤਾ। ਅਬ ਮੋਹੇ ਸਰਬ ਕੁਸਲ ਕਰ ਮਾਨਿਆ, शांत पई जब गोबिंद जानिया रहाओ, तन में होती कोट उपाद, उल्ट पई सुख सहज समाद, आप पछाने आपे आप, रोग न व्यापे तीनों ताप। अब मन उल्ट सनातन हुआ, तब जानिया जब जीवत मुआ, कहो कबीर सुख सहज समावो, आप न डरो न अवर डरावो। सत्संगत विच दम बदम गुर शब्द दी अटुट कमाई द्वारा जीव दा सुपाव ते वर्तारा ही उल्ट हो जांदा है। हाँ जी, सत्संगत विच दम बदम गुर शब्द दी अटुट कमाई सदका जीव दा सुपाव ते वर्तारा ही उल्ट हो जाता है। सतगुरु दी किरपा द्वारा ਜਦੋਂ ਸਤ ਚਿਤ ਆਨੰਦ ਗੋਬਿੰਦ ਜੀ ਨਾਲ ਜੀਵ ਦਾ ਅੰਤਰ ਆਤਮੇ ਸੰਪਰਕ ਹੁੰਦਾ ਹੈ ਤਾਂ ਸ਼ਾਂਤੀ ਹੀ ਸ਼ਾਂਤੀ, ਠੰਡ ਹੀ ਠੰਡ ਵਰਤ ਜਾਂਦੀ ਹੈ ਤੇ ਅਕੈ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਜੀਵ ਦਾ ਬਾਹਰਲਾ ਵਰਤਾਰਾ ਬੁਰਾ ਨਹੀਂ, ਸਭ ਭਲਾ ਹੀ ਹੈਰੇ ਵਾਲਾ ਹੋ ਜਾਂਦਾ ਹੈ। ਪਹਿਲੋ ਪਹਿਲ ਇਹ ਅਵਸਥਾ ਸਦੀਵੀ ਨਹੀਂ ਰਹਿੰਦੀ, ਪਰ ਜਿਉਂ-ਜਿਉਂ ਗੁਰਸ਼ਬਦ ਵਿੱਚ ਮਨ ਲੀਨ ਹੁੰਦਾ ਜਾਂਦਾ ਹੈ ਤਿਉਂ-ਤਿਉਂ ਸਦੀਵੀ ਦ੍ਰਿੜ ਅਵਸਥਾ ਪ੍ਰਾਪਤ ਹੁੰਦੀ ਜਾਂਦੀ ਹੈ ਅਤੇ ਜੀਵ ਸਹਿਜ ਸੁਖ ਵਿੱਚ ਟਿਕਿਆ ਹੋਇਆ ਕਿਸੇ ਉਮਾ, ਕਿਸੇ ਉਤਸ਼ਾਹ ਤੇ ਚੜ੍ਹਦੀ ਕਲਾ ਵਿੱਚ ਵਿਚਰਦਾ ਹੈ। ਫਿਰ ਤੁਰਦੇ ਫਿਰਦੇ ਬਹਿੰਦੇ ਉੱਠਦੇ ਸਹਿਜ ਆਨੰਦ ਬਣਿਆ ਰਹਿੰਦਾ ਹੈ। ਜਿਵੇਂ ਗੁਰੂ ਵਾਕ ਹੈ, सायर सपत परै जल निर्मल, उल्टी नाव तिरावै, बाहर जातो ठाक रहावै, गुरमुख सहज समावै। इस तरह आनंद दी प्राप्ति रोम रोम अंदर महसूस होंदी रहंदी है। हाँ जी, इस तरह आनंद दी प्राप्ति रोम रोम अंदर महसूस होंदी रहंदी है। अपना आपा मिठा मिठा, सोना सोना, ठंडा ठंडा, हल्का हल्का, प्यारा प्यारा, निग्गा निग्गा, खिड़िया खिड़िया महसूस होंदा है। इथों तक कि आपा भाव बिल्कुल खत्म हो जाता है ते तू तू करता तू हुआ दी अवस्था वापरदी है। सब चिंता चोरे दूर होके अकै सुख ते आनंद दी प्राप्ति होंदी है। गुरु पंचम पातशाह जी दा हुक्म है, जिना बात को बहुत अंदेसरो ते मिटै सब गया, सहज सैन अर सुख मन नारी ऊद कमल बिगसिया,
देखो अचरज पया। जय ठाकुर को सुनत अगाध बोध, सो हृदय गुर दया रहाओ। जोए दूत मोए बहुत संतावत, ते भयानक पया। करे बेनती राख ठाकुर ते, हम तेरी सरनिया। ਅਸੀਂ ਸੰਸਾਰ ਦੇ ਵਰਤ ਵਰਤਾਰੇ ਵੱਲ ਨਿਗਾਹ ਮਾਰੀਏ ਤੇ ਨਿਤ ਦੇ ਜੀਵਨ ਤੋਂ ਇਹ ਗੱਲਾਂ ਉੱਭਰ ਕੇ ਸਾਹਮਣੇ ਆਉਣਗੀਆਂ ਕਿ ਸੰਸਾਰ ਵਿੱਚ ਲੈ ਕੇ ਖੁਸ਼ ਹੋਣ ਵਾਲੇ ਸਾਰੇ, ਪਰ ਹੱਥੋਂ ਦੇ ਕੇ ਭਲਾ ਮਨਾਵੇ ਵਾਲਾ ਕੋਈ ਵਿਰਲਾ। ਕਥਨੀ ਵਾਲੇ ਗਿਆਨੀ ਸਾਰੇ, ਪਰ ਕਮਾਉਣ ਵਾਲਾ ਕੋਈ ਵਿਰਲਾ। जग ज्ञानी विरला आचारी, जग पंडित विरला विचारी। खाण वाले सारे, पर खुआउण वाला कोई विरला। पर औगुण तकण वाले सारे, पर अपने औगुणा वल निगाह मारन वाला कोई विरला। आपनड़े गिरवान में सिर नीवा कर देख। ਲੋਕਾਂ ਦੇ ਔਗਣਾਂ ਦੀ ਚਰਚਾ ਕਰਨ ਵਾਲੇ ਸਾਰੇ, ਪਰ ਦੇਖ ਕੇ ਅੰਡਿਠ ਤੇ ਸੁਣ ਕੇ ਅਨਸੁਣਾ ਕਰਨ ਵਾਲਾ ਕੋਈ ਵਿਰਲਾ। ਸਾਂਝ ਕਰੀਜੈ ਗੁਣੇ ਕੇਰੀ, ਛੋੜ ਔਗਣ ਚੱਲੀਏ। ਕੋੜਾ ਤੇ ਫਿੱਕਾ ਬੋਲਣ ਵਾਲੇ ਸਾਰੇ, ਮਿੱਠਾ ਬੋਲਣ ਵਾਲਾ ਕੋਈ ਵਿਰਲਾ। ਨਿੰਦਾ ਕਰਨ ਵਾਲੇ ਸਾਰੇ, ਪਰ ਆਪਣੀ ਨਿੰਦਾ ਸੁਣ ਕੇ ਖੁਸ਼ ਹੋਣ ਵਾਲਾ ਕੋਈ ਵਿਰਲਾ। ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। बुरा ਕਰਨ ਵਾਲੇ ਬਹੁਤ, ਪਰ ਬੁਰੇ ਨਾਲ ਭਲਾ ਕਰਨ ਵਾਲਾ ਕੋਈ ਵਿਰਲਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਲੋਕਾਂ ਨਾਲ ਰੋਸੇ ਗਿਲੇ ਕਰਨ ਵਾਲੇ ਸਾਰੇ, ਪਰ ਰੋਸ ਨਾ ਕਾਹੂ ਸੰਗ ਕਰੋ। ਆਪਣੇ ਆਪ ਵਿਚਾਰ ਵਾਲਾ ਕੋਈ ਵਿਰਲਾ। ਈਰਖਾ ਦ્વੈਤ ਦੀਆਂ ਗੰਢਾਂ ਬਣਨ ਵਾਲੇ ਸਾਰੇ, ਈਰਖਾ ਦ્વੈਤ ਦੀਆਂ ਗੰਢਾਂ ਬਣਨ ਵਾਲੇ ਸਾਰੇ, ਪਰ ਕਾ ਬੁਰਾ ਨਾ ਰਾਖੋ ਚੀਤ ਵਾਲਾ ਕੋਈ ਵਿਰਲਾ। ਡੰਡੀ ਮਾਰਨ ਵਾਲੇ ਬਹੁਤ, ਪਰ ਪੂਰਾ ਤੋਲਨ ਵਾਲਾ ਕੋਈ ਵਿਰਲਾ। ਡੰਗ ਟਪਾਉ ਸਾਰੇ, ਪਰ ਫਰਜ਼ ਜਾਂ ਡਿਊਟੀ ਨਿਭਾਉਣ ਵਾਲਾ ਕੋਈ ਵਿਰਲਾ। ਅੱਗ ਲਾਉਣ ਵਾਲੇ ਸਾਰੇ, ਪਰ ਬੁਝਾਉਣ ਵਾਲਾ ਕੋਈ ਵਿਰਲਾ। ਦਿਲ ਦੇ ਸ਼ੀਸ਼ੇ ਨੂੰ ਤੋੜਨ ਵਾਲੇ ਸਾਰੇ, ਪਰ ਜੋੜਨ ਵਾਲਾ ਕੋਈ ਵਿਰਲਾ। ਹਿਆਉ ਨਾ ਕੇਹੀ ਠਾਏ, ਮਾਣਕ ਸਭ ਅਮੁੱਲ ਵੇ। ਖਿੜੇ ਹੋਏ ਹਿਰਦੇ ਨੂੰ ਮੁਰਝਾਉਣ ਵਾਲੇ ਸਾਰੇ, ਪਰ ਮੁਰਝਾਇਆਂ ਨੂੰ ਖਿੜਾਉਣ ਵਾਲਾ ਕੋਈ ਵਿਰਲਾ। ਗੱਲ ਕੀ ਹਰ ਪਾਸੇ ਠੱਗੀ ਠੋਰੀ, ਵੱਡੀ ਖੋਰੀ, ਕੰਮ ਦੀ ਚੋਰੀ, ਟਾਲ ਮਟੋਲ, ਲਾਰੇ ਬਾਜ਼ੀ, ਦਗਾ ਫਰੇਬ ਦਾ ਬੋਲ ਬਾਲਾ ਤੇ ਵਰਤ ਵਰਤਾਰਾ ਹੈ। ਉਹ ਕਿਹੜਾ ਔਗਣ ਹੈ ਜੋ ਸਾਡੇ ਵਿੱਚ ਨਹੀਂ ਹੈ। ਮਨ ਬਚਕਰਮਾ ਕਰਕੇ ਰਾਤ ਦਿਨ ਕੂੜ ਫਿਰੇ ਪ੍ਰਧਾਨ ਵੇ ਲਾਲੋ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਸਮਾਜਿਕ ਹਾਲਤ ਤਾਂ ਮੌਤ ਤੋਂ, ਨਰਕ ਤੋਂ ਵੀ ਪੈੜੀ ਹੋਈ ਹੈ। ਸਮਾਜਿਕ ਹਾਲਤ ਨਰਕ ਤੋਂ ਵੀ ਪੈੜੀ ਹੋ ਚੁੱਕੀ ਹੈ। ਗੁਰੂ ਬਾਬੇ ਨੇ ਸਾਨੂੰ ਸੱਚੇ ਸੌਦੇ ਕਰਨੇ ਸਿਖਾਏ। ਹਾਂ ਜੀ, ਗੁਰੂ ਬਾਬੇ ਨੇ ਸਾਨੂੰ ਸੱਚੇ ਸੌਦੇ ਕਰਨੇ ਸਿਖਾਏ। ਤੇਰਾ ਤੇਰਾ ਤੋਲਣਾ ਦੱਸਿਆ, ਹੱਥੋਂ ਦੇ ਕੇ ਭਲਾ ਮਨਾਉਣਾ ਸਿਖਾਇਆ। ਅਣਹੋਂਦਾ ਆਪ ਵੰਡਾਉਣ ਦੀ ਜਾਚ ਦੱਸੀ। ਗੁਰੂ ਸਾਹਿਬਾਂ ਨੇ ਜ਼ੁਲਮ ਰੋਕਣ ਦੀ ਖਾਤਰ ਬਲੀਦਾਨ ਦੇ ਕੇ ਸਾਨੂੰ ਇਹ ਸਿਖਾਇਆ ਕਿ ਅਸਲੀ ਜੀਵਨ ਤਾਂ ਲੁਕਾਈ ਖਾਤਰ ਜਿਉਣਾ ਤੇ ਲੁਕਾਈ ਖਾਤਰ ਮਰਨਾ ਹੀ ਹੈ। ਅਸੀਂ ਗੁਰੂ ਬਾਬੇ ਦੇ ਦਰਸਾਏ ਹੋਏ ਗਾਡੀ ਰਾਹ ਤੋਂ ਖੁੰਝੇ ਜਾ ਰਹੇ ਹਾਂ। ਹਾਂ ਜੀ, ਅਸੀਂ ਗੁਰੂ ਬਾਬੇ ਦੇ ਦਰਸਾਏ ਹੋਏ ਗਾਡੀ ਰਾਹ ਤੋਂ ਖੁੰਝੇ ਜਾ ਰਹੇ ਹਾਂ। ਆਓ ਗੁਰੂ ਬਾਬੇ ਦੀ ਬਾਣੀ ਨੂੰ ਵਿਚਾਰਦੇ ਹੋਏ ਆਪਣੇ ਜੀਵਨ ਨੂੰ ਪਲਟਾ ਦਈਏ ਤੇ ਸੱਚੀ ਸੁੱਚੀ ਸੇਧ ਵਿੱਚ ਤੁਰੀਏ। ਐਸੀ ਉਲਟੀ ਖੇਲ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਗੁਰ ਸ਼ਬਦ ਦੀ ਕਮਾਈ ਦੁਆਰਾ ਹਰ ਰਸ ਵਿੱਚ ਰਤੇ ਜਾਣ ਨਾਲ ਹੀ ਪ੍ਰਾਪਤ ਹੁੰਦੀ ਹੈ। ਐਸੋ ਹਰ ਰਸ ਬਰਨ ਨਾ ਸਾਕੋ,
ਗੁਰਪੂਰੇ ਮੇਰੀ ਉਲਟ ਤਰੀ। ਸਾਡੀ ਮੱਤ ਕੇਵਲ ਉਸ ਵੇਲੇ ਬਦਲਣਾ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਆਪਣੇ ਮਨ ਦਾ ਰੁਖ ਸੰਸਾਰ ਵੱਲੋਂ ਮੋੜ ਕੇ ਗੁਰੂ ਵੱਲ ਕਰਦੇ ਹਾਂ। ਜਿਉਂ-ਜਿਉਂ ਸਾਡੇ ਮਨ ਦਾ ਰੁਖ ਗੁਰੂ ਵੱਲ ਮੁੜਦਾ ਜਾਂਦਾ ਹੈ, ਤਿਉਂ-ਤਿਉਂ ਸਾਡੇ ਵਿੱਚ ਗੁਰੂ ਵਾਲੇ ਗੁਣ ਪ੍ਰਵੇਸ਼ ਹੁੰਦੇ ਜਾਂਦੇ ਹਨ। ਜਿਉਂ-ਜਿਉਂ ਸਾਡਾ ਮਨ ਦਾ ਰੁਖ ਗੁਰੂ ਵੱਲ ਮੁੜਦਾ ਜਾਂਦਾ ਹੈ, ਤਿਉਂ-ਤਿਉਂ ਸਾਡੇ ਵਿੱਚ ਗੁਰੂ ਵਾਲੇ ਗੁਣ ਪ੍ਰਵੇਸ਼ ਹੁੰਦੇ ਜਾਂਦੇ ਹਨ। ਗੁਰਮੁਖ ਹੋਵੈ ਸੋ ਪਲਟਿਆ, ਹਰ ਰਾਤੀ ਸਾਜ ਸਿਗਾਰ। ਪਰ ਸਾਡੀ ਹਾਲਤ ਤਰਸਯੋਗ ਹੈ। ਭਰਮ ਦੀ ਅਗਿਆਨਤਾ ਕਾਰਨ ਸਾਨੂੰ ਗੁਰੂ ਆਪਣੇ ਅੰਗ ਸੰਗ ਹੁੰਦਿਆਂ ਹੋਇਆਂ ਵੀ ਅਨੁਭਵ ਨਹੀਂ ਹੁੰਦਾ। ਹਾਂਜੀ, ਭਰਮ ਦੀ ਅਗਿਆਨਤਾ ਕਾਰਨ ਸਾਨੂੰ ਗੁਰੂ ਆਪਣੇ ਨਾਲ ਅੰਗ ਸੰਗ ਹੁੰਦਿਆਂ ਹੋਇਆਂ ਵੀ ਅਨੁਭਵ ਨਹੀਂ ਹੁੰਦਾ ਤੇ ਅਸੀਂ ਅੰਨੇ ਵਾਰ ਰਸਾਤਲ ਵੱਲ ਰੁੜੇ ਜਾ ਰਹੇ ਹਾਂ। ਐਸੇ ਕਾਏ ਭੂਲ ਭਰੇ, ਕਰੇ ਕਰਾਵੇ ਮੁਕਰ ਪਾਵੇ, ਪੇਖਤ ਸੁਨਤ ਸਦਾ ਸੰਗ ਹਰੇ ਰਹਾਓ। ਕਾਚ ਬਿਹਾਜਨ ਕੰਚਨ ਛਾੜਨ, ਬੈਰੀ ਸੰਗ ਹੇਤ ਸਾਜਨ ਤਿਆਗ ਖਰੇ। ਹੋਵਨ ਕੌਰਾ ਅਨਹੋਵਨ ਮੀਠਾ, ਬਿਖਿਆ ਮੈਂ ਲਪਟਾਏ ਜਰੇ। ਅੰਧਕੂਪ ਮੈਂ ਪਰਿਓ ਪਰਾਨੀ, ਭਰਮ ਗੁਬਾਰ ਮੋਂ ਬੰਦ ਪਰੇ। ਕਉ ਨਾਨਕ ਪ੍ਰਭ ਹੋਤ ਦਿਆਰਾ, ਗੁਰ ਪੇਟੇ ਕਾਢੇ ਬਾਹ ਫਰੇ। ਅਕਾਲ ਪੁਰਖ ਦੇ ਚਰਨ ਕਮਲ ਦੀ ਮੌਜ ਛੱਡ ਕੇ ਮਨੁੱਖ ਛਾਇਆ ਰੂਪ ਮਾਇਆ ਨੂੰ ਵਿਹਾਜਨ ਵਿੱਚ ਜੁਟਿਆ, ਰਾਤ ਦਿਨ ਪੈਸਾ ਪੈਸਾ ਕੂਕ ਰਿਹਾ ਹੈ। ਕਾਮ ਕ੍ਰੋਧ ਆਦਿ ਜੋ ਇਸ ਦੇ ਵੈਰੀ ਹਨ, ਉਹਨਾਂ ਨਾਲ ਪਿਆਰ ਤੇ ਸਤ ਸੰਤੋਖ ਦਇਆ ਸੇਵਾ ਭਾਵ ਆਪਾ ਵਾਰਨਾ ਆਦਿ ਦੈਵੀ ਗੁਣ ਜੋ ਇਸ ਦੇ ਸੱਜਣ ਹਨ, ਉਹਨਾਂ ਵੱਲੋਂ ਮੁਖ ਮੋੜੀ ਬੈਠਾ ਹੈ। ਇਹ ਜਗ ਮਿੱਠਾ ਅਗਲਾ ਕਿਨ ਡਿੱਠਾ ਅਨੁਸਾਰ, ਸਦਾ ਸਹਾਈ ਪਰਮੇਸ਼ਰ ਨੂੰ ਛੱਡ ਛਿਨ ਭੰਗਰ ਜੀਵਨ ਨੂੰ ਮਿੱਠਾ ਜਾਨ। ਵਿਉਂ ਰੂਪੀ ਮਾਇਆ ਵਿੱਚ ਲਿਪਟਿਆ ਹੋਇਆ ਵਾਹਿਗੁਰੂ ਤੋਂ ਬੇਮੁਖ ਹੋ ਰਿਹਾ ਹੈ। ਭਰਮ ਦੇ ਗੁਬਾਰ ਤੇ ਮੋਹ ਦੇ ਬੰਧਨਾਂ ਕਾਰਨ ਅੰਨੇ ਖੂਹ ਵਿੱਚ ਗੋਤੇ ਖਾ ਰਿਹਾ ਹੈ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ। ਸਤਿਗੁਰ ਜੀ ਇਸ ਬਿਖਮ ਅਸਗਾ ਪਵ ਸਾਗਰ ਤੋਂ ਬਚਣ ਦਾ ਰਾਹ ਸਾਧ ਸੰਗਤ ਦਾ ਆਸਰਾ ਹੀ ਦੱਸਦੇ ਹਨ। ਹਾਂ ਜੀ, ਸਤਿਗੁਰ ਜੀ ਇਸ ਬਿਖਮ ਅਸਗਾ ਪਵ ਸਾਗਰ ਤੋਂ ਬਚਣ ਦਾ ਰਾਹ ਸਾਧ ਸੰਗਤ ਦਾ ਆਸਰਾ ਹੀ ਦੱਸਦੇ ਹਨ, ਜਿੱਥੋਂ ਸਾਨੂੰ ਨਾਮ ਦੀ ਓਟ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਾ ਦੀ ਜਾਏ ਤਰਨੀ ਦੀ ਅਰਦਾਸ ਦੀ ਜਾਚਨਾ ਸਿਖਾਈ ਹੈ ਤੇ ਨਾਮ ਦਾ ਓਲਾ ਲੈਣ ਦਾ ਉਪਦੇਸ਼ ਬਖਸ਼ਦੇ ਹਨ। ਰੇ ਮਨ ਓਟ ਲਿਓ ਹਰਨਾਮਾ, ਜਿय ਰੇ ओला नाम का, अवर जे ਕਰਨ ਕਰਾਵਨੋ ਤਿਨ ਮੈਂ ਪੋ ਹੈ ਜਾਮ ਕਾ। ਜਦੋਂ ਜੀਵ ਦੇ ਮਨ ਦਾ ਰੁਖ ਆਤਮਾ ਵੱਲ ਹੁੰਦਾ ਹੈ ਤਾਂ ਉਸ ਨੂੰ ਗੁਰਮੁਖ ਕਿਹਾ ਜਾਂਦਾ ਹੈ, ਤੇ ਜਦੋਂ ਜੀਵ ਦੇ ਮਨ ਦਾ ਰੁਖ ਆਪਣੀ ਆਤਮਾ ਤੋਂ ਮੁੜ ਕੇ ਅਥਵਾ ਭੁੱਲ ਕੇ ਮਾਇਆ ਵਿੱਚ ਖਚਤ ਹੋ ਜਾਂਦਾ ਹੈ ਤਾਂ ਉਸ ਨੂੰ ਮਨਮੁਖ ਕਿਹਾ ਜਾਂਦਾ ਹੈ। ਸੇ ਮਨਮੁਖ ਜੋ ਸ਼ਬਦ ਨਾ ਪਛਾਣੈ, ਗੁਰ ਕੇ ਪੈ ਕੀ ਸਾਰ ਨਾ ਜਾਣੈ। ਤੇ ਜਦੋਂ ਜੀਵ ਪਰਮਾਤਮਾ ਨੂੰ ਭੁੱਲ ਕੇ ਉਸ ਦੀ ਹੋਂਦ ਤੋਂ ਹੀ ਇਨਕਾਰ ਕਰਦਾ ਹੈ, ਆਪਣੀ ਝੂਠੀ ਮੈਂ ਮੇਰੀ ਦੇ ਭਰਮ ਭੁਲਾਵੇ ਵਿੱਚ ਹੰਕਾਰਿਆ ਫਿਰਦਾ ਹੈ, ਤਾਂ ਉਸ ਨੂੰ ਸਾਕਤ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸਾਕਤ ਦੀ ਮਾਨਸਿਕ ਅਵਸਥਾ ਇਹ ਗੁਰਮੁਖ ਦੀ ਆਤਮਕ ਅਵਸਥਾ ਦੇ ਐਨ ਉਲਟ ਹੈ। ਖਾਂਦਾ ਪੈਂਦਾ ਮੁਕਰ ਪਾਏ, ਤਿਸਨੂੰ ਜੋਏ ਦੂਤ ਧਰਮ ਰਾਏ। ਤਿਸਿਓ ਬੇਮੁਖ ਜਿਨ ਜਿਉ ਪਿੰਡ ਦੀਨਾ, ਕੋਟ ਜਨਮ ਪਰ ਮੈਂ ਬਹੁ ਜੂਨਾ ਰਹਾਓ। ਸਾਕਤ ਕੀ ਐਸੀ ਹੈ ਰੀਤ, ਜੋ ਕਿਛ ਕਰੈ ਸਗਲ ਵਿਪਰੀਤ। ਜਿਉ ਪ੍ਰਾਨ ਜਿਨ ਮਨ ਤਨ ਤਾਰਿਆ, ਸੋਈ ਠਾਕੁਰ ਮਨੈ ਬਿਸਾਰਿਆ ਮਨੋ ਬਿਸਾਰਿਆ। ਸਾਡੇ ਕਮਜ਼ੋਰ ਤੇ ਬਦਲਵੇਂ ਮਨ ਉੱਤੇ ਸੰਗਤ ਦਾ ਅਸਰ ਹੋਣਾ ਅਵਸ਼ ਅਥਵਾ ਲਾਜ਼ਮੀ ਹੈ। ਸਾਡੇ ਕਮਜ਼ੋਰ ਤੇ ਬਦਲਵੇਂ ਮਨ ਉੱਤੇ ਸੰਗਤ ਦਾ ਅਸਰ ਹੋਣਾ ਇਹ ਅਵਸ਼ ਤੇ ਲਾਜ਼ਮੀ ਹੈ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਇਸੇ ਲਈ ਗੁਰਬਾਣੀ ਵਿੱਚ ਜੀਵਾਂ ਨੂੰ ਐਸੇ ਮਨਮੁਖ ਅਥਵਾ ਸਾਕਤ ਦੀ ਸੰਗਤ ਤੋਂ ਬਚਣ ਦੀ ਇਉਂ ਪ੍ਰੇਰਨਾ ਕੀਤੀ ਗਈ ਹੈ।
ਤੇ ਸਾਕਤ ਚੋਰ ਜਿਨਾ ਨਾਮ ਵਿਸਾਰਿਆ, ਮਨ ਤਿਨਕੇ ਨਿਕਟ ਨਾ ਪਿਟਿਐ। कबीर मारी मरूं कुसंग की, केले निकट जो बेर, ओ चूले ओ चीरिए, साकत संग न हेर। कबीर साकत संग न कीजिए, दूरे जाइए भाग, बासन कारो परसिए तो कछ लागे दाग। इस उल्टी खेल नू खेलन लई ग्रस्त उदास जीवन बतीत करदे होए लोक सुखी पर लोक सुहेले बनाउणा है। हां जी, इस उल्टी खेल नू खेलन लई ग्रस्त उदास जीवन बतीत करदे होए लोक सुखी पर लोक सुहेले बनाउणा है। उल्टी रे मन उल्टी रे, साकत स्यों कर उल्टी रे। गुरबाणी विच दर्शाए होए गुरु हुक्मां नू कमाउंदे होए सदी भी सुख दी प्राप्ति करनी है। बेगमपुरे दे वासी हो, लुट लुट दरगे वंजना है, ताकि साडे ते गुरु बाबे दे ये बचन सही अर्थां विच टुक सकन। मन मैं मन उल्टो मरै, जे गुण होवे नाल। दूजे पासे मनमुखिया साकत दी अवस्था तो बदल के गुरमुख बनन लई उत्तम दैवी संगत अथवा साध संगत करन दा गुरबाणी विच ताकीदी हुक्म है। साध संगत करदियां होयां साडे अंतर आत्मे अकाल पुरख दी शरदा भावनी वधदी जावेगी। की होवेगा साध संगत विच? साध संगत करदियां होयां साडे अंतर आत्मे अकाल पुरख दी शरदा भावनी वधदी जावेगी, मायकी रंगत घटदी जावेगी। सहजे सहजे साडी अवस्था साकत तो बदल के गुरमुख बन जावेगी साध संगत विच। गुरबाणी विच इस गल दी इउं प्रेरणा कीती गई है। साध संग होए निर्मला, नानक प्रभ कै रंग। महापवित्र साध का संग, जिस पेटत लागै प्रभ रंग। मैमा साधु संग की सुनो मेरे मीता, मैल खोई कोट अघहरे निर्मल पै चीता। कर साध संगत सिमर माधो, हो पतित पुनीत। एक पासे आत्मक मंडल विच सच, हुक्म नाम प्यार निर्मलता संतोख धीरज खिमा सेवा पाव मैत्री पाव शरदा पावनी निमरता शांति आदि दैवी गुणां दा प्रवेश ते प्रगटावा है। ते दूजे पासे माइकी मंडल विच अज्ञानता भरम हंकार काम क्रोध लोभ मोह शक डर खुदगर्जी ईर्खा द्वैत दुख कलेश कुलजना दे औगणा दा बोल बाला ते वर्त वर्तारा है। जेकर असी माइकी मंडल तो निकल के आत्मक मंडल विच प्रवेश करना चाहुंदे हां तां सानू पहली पुरानी जीवन रोड़ दे हर पख अथवा ख्याल चितवनी निश्चा जीवन सेध रुचियां ज्ञान कर्म सुपाव मनोरंजन बदलने पैणगे ते उन्हां दे ऐन उल्ट आत्म मंडल दे दैवी गुण धारण करने पैणगे। ऐसे मनमुख जीवन तो गुरमुख जीवन वल उल्ट तब्दीली ये अलौकिक आत्मक अकल कला है। ये अचरज इलाही करामात है, दैवी कृष्मा है, जीवित मरना है, आत्मक प्योन चाड़नी है, ये अंतर आत्मे धर्म तारना है। जीवन विच ये महत्वपूर्ण उल्ट तब्दीली लियाउण लई सब तो पहला ते सब तो जरूरी साधन बख्शे हुए गुरमुख प्यारियां दी संगत अथवा साध संगत दसी गई है। खोजत खोजत सुनिए सोए, साध संगत बिन तरियो न कोई। अनते टूटिए रिखते छूटिए, मन हर रस कूटिए, संग साधु उल्टिए। अंदरले कोप हनेरे दे अंध गुबार विच ठोकरां भुलेखियां तो दुखी होके असी हनेरे वल पिठ करके चानन वल दौड़दे हां। अग दे भांबड़ दियां लाटां तो बचन लई असी भांबड़ तो दूर भजदे हां, कोई ठंडी थां पालदे हां।
ਐਨ ਇਸੇ ਤਰ੍ਹਾਂ ਜਦੋਂ ਜੀਵ ਮਾਇਕੀ ਮੰਡਲ ਦੇ ਅਗਨ ਸੋਕ ਸਾਗਰ ਦੇ ਭਾਂਬੜ, ਆਤਸ਼ ਦੁਨੀਆ ਦੇ ਸੇਕ, ਬਿਖਮ ਸਾਗਰ ਦੀਆਂ ਡੋਬੂ ਲਹਿਰਾਂ, ਮਾਇਕੀ ਨਾਗਨੀ ਦੇ ਡੰਗ, ਮਾਇਕੀ ਠਗੋਰੀ ਦੇ ਚਰਿੱਤਰ, ਪੰਜਾਂ ਦੇ ਭੜਥੂ, ਨਰਕ ਕੋਰ ਦਾ ਦੁਆਰਾ ਤੋਂ ਅਤ ਦੁਖੀ ਹੋ ਕੇ ਤੰਗ ਆ ਜਾਂਦਾ ਹੈ, ਤਾਂ ਇਸ ਝੂਠੀ ਤ੍ਰੈਗੁਣੀ ਮਾਇਆ ਵੱਲ ਪਿੱਠ ਕਰਕੇ ਅਥਵਾ ਤਿਆਗ ਕੇ ਆਤਮਕ ਮੰਡਲ ਅਥਵਾ ਪਰਮਾਰਥ ਵੱਲ ਮੁੜਦਾ ਹੈ ਤੇ ਆਤਮਕ ਸੁਖ ਸ਼ਾਂਤੀ ਦੀ ਤਲਾਸ਼ ਵਿੱਚ ਨਿਕਲਦਾ ਹੈ। ਹਰ ਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ। ਬਾਹਰ ਮੁਖੀ ਮਾਇਕੀ ਮੰਡਲ ਵੱਲੋਂ ਮੁੜਨਾ ਤੇ ਆਤਮਕ ਮੰਡਲ ਵੱਲ ਮੂੰਹ ਕਰਨਾ ਅਤੇ ਅੰਤਰਮੁਖੀ ਹੋਣਾ, ਇਹ ਜਗਿਆਸੂ ਦੀ ਨਿਰਾਲੀ ਉਲਟੀ ਖੇਡ ਹੈ ਜਿਸ ਨੂੰ ਕੋਈ ਵਿਰਲਾ ਗੁਰਮੁਖ ਖੇਲਦਾ ਹੈ। ਬਾਕੀ ਸਾਰੇ ਜੀਵ ਇਸ ਅਗਨ ਸੋਕ ਸਾਗਰ ਵਿੱਚ ਪਲਚ ਪਲਚ ਸਗਲੀ ਮੁਈ ਝੂਠੇ ਤੰਦੇ ਮੋਹ ਅਨੁਸਾਰ ਆਪਣਾ ਅਮੋਲਕ ਜੀਵਨ ਅਜਾਈ ਗਵਾ ਕੇ ਜੰਮਾ ਦੇ ਵਸ ਪੈ ਕੇ ਆਵਾ ਗਵੰਦੇ ਫੇਰ ਵਿੱਚ ਪਏ ਹੋਏ ਹਨ। ਅਸੀਂ ਗੁਰਬਾਣੀ ਦੇ ਉੱਚਮ ਉੱਚੇ, ਸੂਚਮ ਸੂਚੇ, ਸੁਖਦਾਈ ਕਲਿਆਣਕਾਰੀ ਉਪਦੇਸ਼ਾਂ ਦੇ ਗੁੱਜੇ ਭੇਦਾਂ ਤੋਂ ਅਣਜਾਣ, ਅਵੇਸਲੇ, ਜਾਣ ਬੂਝ ਕੇ ਮਚਲੇ ਹੋ ਕੇ ਗੁਰਬਾਣੀ ਦੇ ਉਪਦੇਸ਼ਾਂ ਦੇ ਐਨ ਉਲਟ ਜੀਵਨ ਬਤੀਤ ਕਰ ਰਹੇ ਹਾਂ। ਗੁਰਬਾਣੀ ਦੇ ਉਪਦੇਸ਼ਾਂ ਦੇ ਉਲਟ ਸਾਡੀ ਜੀਵਨ ਰੋੜ ਨੂੰ ਸਪਸ਼ਟ ਕਰਨ ਲਈ ਹੇਠਾਂ ਬਿਉਰਾ ਦਿੱਤਾ ਜਾਂਦਾ। ਇੱਕ ਪਾਸੇ ਗੁਰਬਾਣੀ ਦਾ ਉਪਦੇਸ਼, ਦੂਜੇ ਪਾਸੇ ਸਾਡੀ ਕਿਰਿਆ। ਗੁਰਬਾਣੀ ਦਾ ਉਪਦੇਸ਼, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ। ਸਾਡੀ ਕਿਰਿਆ, ਮਾਇਆ ਵਿੱਚ ਮਨ ਲੱਗਿਆ ਹੋਇਆ ਹੈ, ਪਰਮਾਰਥ ਨਾਲ ਠਾਠਾ ਬਾਗਾ ਕਰਦੇ ਹਾਂ। ਗੁਰਬਾਣੀ ਦਾ ਉਪਦੇਸ਼, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਡੀ ਕਿਰਿਆ, ਦਿਨ ਰਾਤ ਅਵਰ ਕਾਜ ਵਿੱਚ ਗਲਤਾਨ ਰਹਿੰਦੇ ਹਾਂ, ਸਾਧ ਸੰਗਤ ਕਰਨ ਦੀ ਫੁਰਸਤ ਜਾਂ ਲੋੜ ਨਹੀਂ ਪਾਸਤੀ। ਗੁਰਬਾਣੀ ਦਾ ਉਪਦੇਸ਼, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨਿਆਈ। ਸਾਡੀ ਕਿਰਿਆ, ਭਲੇ ਨਾਲ ਬੁਰਾ ਕਰਨਾ, ਗੁੱਸੇ ਵਿੱਚ ਦਿਨ ਰਾਤ ਸੜ ਬਲ ਕੇ ਕੋਇਲੇ ਬਣੇ ਹਾਂ, ਸਾਰੇ ਹੀ ਬਿਗਾਨੇ ਵੈਰੀ ਧਾਰੇ ਹਨ, ਕਿਸੇ ਨਾਲ ਨਹੀਂ ਬੰਦੀ। ਗੁਰਬਾਣੀ ਦਾ ਉਪਦੇਸ਼, ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ। ਤੇ ਸਾਡੀ ਕਿਰਿਆ, ਸਿਆਣਪ ਘੋਟ ਕੇ ਘੋਟਨ ਵਿੱਚ ਵਡਿਆਈ ਤੇ ਫਕਰ ਸਮਝਦੇ ਹਾਂ, ਸਿਮਰਨ ਦੀ ਲੋੜ ਨਹੀਂ ਪਾਸਦੀ। ਗੁਰਬਾਣੀ ਦਾ ਉਪਦੇਸ਼, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਸਾਡੀ ਕਿਰਿਆ, ਨਾਮ ਦੀ ਸਾਨੂੰ ਸੋਝੀ ਨਹੀਂ, ਕੂੜੀਆਂ ਗੱਲਾਂ ਵਿੱਚ ਗਲਤਾਨ ਹਾਂ। ਗੁਰਬਾਣੀ ਦਾ ਉਪਦੇਸ਼, ਦੇਖ ਕੇ ਅੰਡਿਠ ਕਰਨਾ, ਸੁਣ ਕੇ ਅਣਸੁਣਿਆ ਕਰਨਾ। ਤੇ ਅਸੀਂ ਮਸਾਲੇ ਲਾ ਕੇ ਚਰਚਾ ਕਰਨ ਵਿੱਚ ਸਵਾਦ ਲੈਂਦੇ ਹਾਂ, ਸੁਣ ਕੇ ਘੋਟ ਕੇ ਅੰਦਰੋਂ ਅੰਦਰ ਕੁੜਨਾ ਤੇ ਸੜਨਾ। ਗੁਰਬਾਣੀ ਦਾ ਉਪਦੇਸ਼, ਰੋਸ ਨਾ ਕਾਉ ਸੰਗ ਕਰੋ, ਨਿੰਦਾ ਭਲੀ ਕਿਸੇ ਕੀ ਨਾਈ, ਹੱਥੋਂ ਦੇ ਕੇ ਭਲਾ ਮਨਾਵੇ। ਤੇ ਸਾਡੀ ਕਿਰਿਆ, ਨਿੱਕੀ ਨਿੱਕੀ ਗੱਲ ਤੇ ਰੋਸੇ ਗਿਲੇ, ਈਰਖਾ ਦਵੈਤ ਵੈਰ ਵਿਰੋਧ ਵਧਾਉਣਾ, ਨਿੰਦਾ ਕਰਕੇ ਰਸ ਮਾਣਾ, ਹੱਥੋਂ ਲੈ ਕੇ ਖੁਸ਼ ਹੋਣਾ। ਸ੍ਰਿਸ਼ਟੀ ਦੇ ਆਰੰਭ ਤੋਂ ਅਨੇਕਾਂ ਗੁਰੂ ਅਵਤਾਰ, ਸੰਤ ਭਗਤ ਇਸ ਉਲਟੀ ਆਤਮਕ ਖੇਲ ਦਾ ਉਪਦੇਸ਼ ਕਰਦੇ ਆਏ ਹਨ। ਗੁਰਬਾਣੀ ਵੀ ਇਹ ਸੱਚਾ ਸੁੱਚਾ ਆਤਮਕ ਉਪਦੇਸ਼ ਦ੍ਰਿੜ ਕਰਾਉਂਦੀ ਹੈ, ਪਰ ਇਸ ਮਹੱਤਵਪੂਰਨ ਗੁਰ ਉਪਦੇਸ਼ ਨੂੰ ਅਸੀਂ ਪੜ੍ਹ ਕੇ, ਸੁਣ ਕੇ, ਗਾ ਕੇ, ਲਿਖ ਕੇ, ਕਥਾ ਵਾਰਤਾ ਕਰਕੇ, ਫਿਲਾਸਫੀਆਂ ਘੋਟ ਕੇ, ਵਾਦ ਵਿਵਾਦ ਵਿੱਚ ਇਹਨਾਂ ਉਪਦੇਸ਼ਾਂ ਦੇ ਉੱਪਰ ਦੀ ਲੰਘ ਜਾਂਦੇ ਹਾਂ, ਜਾਂ ਫੋਕੇ ਦਿਮਾਗੀ ਵਿਚਾਰਾਂ ਦੇ ਰੋਲ ਕਚੋਲੇ ਵਿੱਚ ਗਵਾ ਛੱਡਦੇ ਹਾਂ, ਜਿਸ ਕਾਰਨ ਇਹਨਾਂ ਦੇ ਅੰਤਰੀਵ ਅਨੁਭਵੀ ਆਤਮਕ ਦੱਤ ਗਿਆਨ ਤੋਂ ਅਣਜਾਣ ਤੇ ਵਾਂਝੇ ਰਹਿੰਦੇ ਹਾਂ। ਅਗਿਆਨਤਾ ਦੀ ਵਜ੍ਹਾ ਨਾਲ ਆਮ ਜਨਤਾ ਤਾਂ ਮਾਇਕੀ ਮੰਡਲ ਵਿੱਚ ਪਲਚ ਪਲਚ ਕੇ ਘੋਰ ਨਰਕ ਭੋਗ ਰਹੀ ਹੈ, ਪਰ ਅਫਸੋਸ ਦੀ ਗੱਲ ਇਹ ਹੈ ਕਿ ਅਖੌਤੀ ਧਾਰਮਿਕ ਆਗੂਆਂ ਨੇ ਵੀ ਗੁਰਬਾਣੀ ਦੇ ਇਹਨਾਂ ਉੱਚਮ ਉੱਚੇ, ਸੂਚਮ ਸੂਚੇ ਉਪਦੇਸ਼ਾਂ ਨੂੰ ਕਥਨੀ ਬਦਨੀ, ਫੋਕੇ ਗਿਆਨ, ਸੁੱਕੀ ਫਿਲਾਸਫੀ ਤਾਈਂ ਸੀਮਤ ਕੀਤਾ ਹੋਇਆ ਹੈ। ਕਥਨੀ ਕੇ ਪਰਮ ਨ ਜਾਈ, ਸਭ ਕਥ ਕਥ ਰਹੀ ਲੁਕਾਈ। ਗੁਰਬਾਣੀ ਵਿੱਚ ਅਨੇਕਾਂ ਵਾਰੀ ਸਾਕਤ ਲਫ਼ਜ਼ ਆਇਆ ਹੈ, ਜਿਸ ਤਰ੍ਹਾਂ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਸਾਕਤ ਉਹ ਹੈ ਜੋ ਪਰਮਾਤਮਾ ਦੀ ਹੋਂਦ ਨੂੰ ਹੀ ਨਹੀਂ ਮੰਨਦਾ, ਜਾਂ ਭੁੱਲਿਆ ਹੋਇਆ ਹੈ, ਜਾਂ ਓਪਰੇ ਮਨ ਨਾਲ ਸਾਖੀ ਫਰਦਾ ਹੈ। ਇਸ ਤਰ੍ਹਾਂ ਸਾਕਤ ਜੀਵ ਆਪਣੇ ਹੋਂ ਤਾਰੀ ਹੋਂਦ ਨੂੰ ਹੀ ਸੱਚ ਮੰਨੀ ਬੈਠੇ ਹਨ ਤੇ ਮੈਂ ਮੇਰੀ ਦੇ ਆਧਾਰ ਤੇ ਜੀਵਨ ਬਤੀਤ ਕਰਦੇ ਹਨ।
ਸਾਕਤ ਹਰ ਰਸ ਸਾਧ ਨ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੈ। ਜੇਕਰ ਦਿਆਨਤਦਾਰੀ ਨਾਲ ਆਪਣੇ ਮਨ ਦੀ ਹਾਲਤ ਨੂੰ ਉੱਪਰਲੀਆਂ ਗੁਰਬਾਣੀ ਦੀ ਪੰਕਤੀ ਦੀ ਕਸੌਟੀ ਉੱਤੇ ਪਰਖੀਏ ਤਾਂ ਇਹ ਪਤਾ ਲੱਗੇਗਾ ਕਿ ਬਹੁਤ ਸਾਰੇ ਜੀਵ ਸਾਖਤਾਂ ਦੀ ਸ਼੍ਰੇਣੀ ਵਿੱਚ ਗਿਣੇ ਜਾ ਸਕਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਕਤ ਅੱਖਰ ਪੜ੍ਹ ਕੇ ਜਾਂ ਸੁਣ ਕੇ ਅਸੀਂ ਸਮਝਦੇ ਹਾਂ ਕਿ ਇਹ ਅੱਖਰ ਸਾਡੇ ਉੱਤੇ ਨਹੀਂ ਟੁਕਦਾ, ਕਿਸੇ ਹੋਰ ਲਈ ਵਰਤਿਆ ਗਿਆ ਹੋਵੇਗਾ। ਐਸਾ ਸਮਝਣਾ ਹੀ ਸਾਡੀ ਹਉਮੈ ਦੀ ਹੰਗਤਾ ਜਾਂ ਹਉਤਾਰੀ ਸਾਕਤ ਹੋਣ ਦੀ ਗਵਾਹੀ ਹੈ। ਇਹੋ ਕਾਰਨ ਹੈ ਕਿ ਇਤਨੇ ਪਾਠ ਪੂਜਾ ਕਥਾ ਵਾਰਤਾ ਕਰਮ ਕਿਰਿਆ ਕਰਦਿਆਂ ਸੁਣਦਿਆਂ ਵੀ ਜੀਵ ਮੋਹ ਮਾਇਆ ਵਿੱਚ ਪਲਚ ਪਲਚ ਕੇ ਨਰਕ ਭੋਗ ਰਹੇ ਹਨ। ਉੱਪਰਲੀਆਂ ਵਿਚਾਰਾਂ ਤੋਂ ਸਿੱਧ ਹੁੰਦਾ ਹੈ ਕਿ ਗੁਰਮੁਖਾਂ ਦੀ ਉੱਚੀ ਸੁੱਚੀ ਆਤਮਕ ਅਵਸਥਾ ਇਹ ਸਾਕਤ ਦੇ ਜੀਵਨ ਤੋਂ ਹੋਰਵੇਂ ਵਿਲੱਖਣ ਮੁਖਾਲਿਫ ਉਲਟ ਤੇ ਮੁਤਜ਼ਾਦ ਹੈ। ਇਸ ਲਈ ਮਨ ਦੀ ਬਾਰਮੁਖੀ ਜੀਵਨ ਰੋੜ ਨੂੰ ਮਾਇਕੀ ਮੰਡਲ ਤੋਂ ਠੱਲ ਕੇ ਮੋੜ ਕੇ ਬਦਲ ਕੇ ਪਲਟ ਕੇ ਆਤਮਕ ਮੰਡਲ ਵੱਲ ਉਲਟਾਉਣਾ ਹੀ ਸਾਕਤ ਸਿਉਂ ਕਰ ਉਲਟੀ ਰੇ ਦੇ ਉਪਦੇਸ਼ ਨੂੰ ਕਮਾਉਣਾ ਹੈ ਤੇ ਆਤਮਕ ਮੰਡਲ ਵਿੱਚ ਪ੍ਰਵੇਸ਼ ਕਰਨਾ। ਗੁਰਮੁਖ ਹੋਵੇ ਸੋ ਪਲਟਿਆ, ਹਰ ਰਾਤੀ ਸਾਜ ਸਿਗਾਰ। ਗੁਰਬਾਣੀ ਵਿਚਾਰ ਨੰਬਰ 67, ਸਾਕਤ ਸਿਉਂ ਕਰ ਉਲਟੀ